ਸਤਿ ਸ੍ਰੀ ਅਕਾਲ ਜੀ। ਮੇਰੀ ਭਾਬੀ ਰੋਜ਼ ਮੇਰੇ ਕੋਲੋਂ 1 ਕਿਲੋ ਮਸਰਾਂ ਦੀ ਦਾਲ ਮੰਗਵਾਉਂਦੀ, ਪਰ ਉਸ ਸਮੇਂ ਮੈਂ ਹੈਰਾਨ ਹੋ ਜਾਂਦੀ ਜਦੋਂ ਭਾਬੀ ਉਸ ਦਾਲ ਨੂੰ ਬਣਾਏ ਬਿਨਾਂ ਹੀ ਆਪਣੇ ਕਮਰੇ ਵਿੱਚ ਲੈ ਜਾਂਦੀ। ਜਦੋਂ ਬਾਹਰ ਨਿਕਲਦੀ ਤਾਂ ਲੰਗੜਾ ਲੰਗੜਾ ਕੇ ਤੁਰਦੀ ਅਤੇ ਕਹਿੰਦੀ, ਦਾਲ ਬਹੁਤ ਵਧੀਆ ਸੀ। ਇੱਕ ਦਿਨ ਭਾਬੀ ਦਾ ਰਾਜ਼ ਜਾਣਨ ਲਈ ਮੈਂ ਆਪਣੀ ਛੋਟੀ ਭੈਣ ਨੂੰ ਭਾਬੀ ਦੇ ਕਮਰੇ ਵਿੱਚ ਲੁਕੋ ਦਿੱਤਾ। ਕੁਝ ਦੇਰ ਬਾਅਦ ਜਦੋਂ ਮੇਰੀ ਭੈਣ ਲੰਗੜਾਉਂਦੀ ਹੋਈ ਬਾਹਰ ਨਿਕਲੀ ਤਾਂ ਮੇਰੀ ਜਾਨ ਹੀ ਨਿਕਲ ਗਈ। ਸ਼ੀਤਲ ਭਾਬੀ ਨੇ ਮੇਰੇ ਕੋਲੋਂ 1 ਕਿਲੋ ਦਾਲ ਮੰਗਵਾਈ ਸੀ। ਮੈਂ ਜਿੱਦਾਂ ਹੀ ਦਾਲ ਲੈ ਕੇ ਘਰ ਪਹੁੰਚੀ ਤਾਂ ਭਾਬੀ ਨੇ ਮੇਰੇ ਕੋਲੋਂ ਥੈਲਾ ਲੈ ਲਿਆ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਹੱਕੀ ਬੱਕੀ ਰਹਿ ਗਈ ਕਿ ਭਾਬੀ ਨੂੰ ਕੀ ਹੋ ਗਿਆ। ਹਜੇ ਅੱਧਾ ਘੰਟਾ ਹੀ ਹੋਇਆ ਸੀ ਕਿ ਮੇਰਾ ਭਰਾ ਕੰਮ ਤੋਂ ਜਲਦੀ ਘਰ ਵਾਪਸ ਆ ਗਿਆ। ਉਹਨਾਂ ਦੀ ਤਬੀਅਤ ਖਰਾਬ ਸੀ। ਮੈਂ ਆਪਣੇ ਕਮਰੇ 'ਚ ਬੈਠੀ ਸੀ। ਵੀਰੇ ਨੂੰ ਦੇਖ ਕੇ ਮੈਂ ਜਲਦੀ ਨਾਲ ਉੱਠ ਕੇ ਉਹਨਾਂ ਦੇ ਕੋਲ ਚਲੀ ਗਈ। ਮੈਨੂੰ ਉਹਨਾਂ ਦੀ ਚਿੰਤਾ ਸਤਾਉਣ ਲੱਗੀ, ਪਰ ਉਹਨਾਂ ਨੇ ਕਿਹਾ ਕਿ ਉਹ ਥੋੜ੍ਹੀ ਦੇਰ ਆਰਾਮ ਕਰਨਗੇ ਤਾਂ ਠੀਕ ਹੋ ਜਾਣਗੇ। ਫਿਰ ਉਹਨਾਂ ਨੇ ਕਮਰੇ 'ਚ ਜਾਣ ਲਈ ਦਰਵਾਜ਼ਾ ਬੰਦ ਸੀ। ਵੀਰ ਦਰਵਾਜ਼ੇ ਨੂੰ ਖੋਲ੍ਹਣ ਲੱਗਾ ਤਾਂ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਸੀ। ਤਾਂ ਉਹਨਾਂ ਨੇ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਾਉਣਾ ਸ਼ੁਰੂ ਕਰ ਦਿੱਤਾ, ਪਰ ਕਮਰੇ 'ਚੋਂ ਭਾਬੀ ਦੀ ਕੋਈ ਵੀ ਆਵਾਜ਼ ਨਾ ਆਈ। ਵੀਰੇ ਨੇ ਮੈਨੂੰ ਘੂਰ ਕੇ ਪੁੱਛਿਆ, ਸ਼ੀਤਲ ਕਿੱਥੇ ਹੈ ਅਤੇ ਦਰਵਾਜ਼ਾ ਅੰਦਰੋਂ ਕਿਉਂ ਬੰਦ ਹੈ? ਮੈਂ ਘਬਰਾ ਗਈ ਤੇ ਵੀਰੇ ਨੂੰ ਕਿਹਾ, ਵੀਰੇ ਭਾਬੀ ਤਾਂ ਅੰਦਰ ਹੀ ਹੈ, ਸ਼ਾਇਦ ਅੱਖ ਲੱਗ ਗਈ ਹੋਣੀ, ਹੋ ਸਕਦਾ ਭਾਬੀ ਆਰਾਮ ਕਰਦੀ ਹੋਵੇ। ਮੇਰੇ ਭਰਾ ਨੇ ਫਿਰ ਤੋਂ ਜ਼ੋਰ-ਜ਼ੋਰ ਦੀ ਦਰਵਾਜ਼ਾ ਖੜਕਾਇਆ ਅਤੇ ਬੋਲਿਆ, ਸ਼ੀਤਲ ਸ਼ੀਤਲ, ਪਰ ਭਾਬੀ ਨੇ ਕੋਈ ਵੀ ਆਵਾਜ਼ ਨਾ ਦਿੱਤੀ। ਮੈਂ ਆਪਣੇ ਭਰਾ ਦਾ ਹੱਥ ਫੜ ਕੇ ਬਾਹਰ ਬਰਾਂਡੇ ਵਿੱਚ ਲੈ ਆਈ ਕਿ ਵੀਰੇ ਤੁਸੀਂ ਇੱਥੇ ਬੈਠ ਜਾਓ, ਦਰਵਾਜ਼ਾ ਮੈਂ ਖੁਲਵਾਉਂਦੀ ਹਾਂ। ਹੁਣ ਮੈਂ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ, ਭਾਬੀ ਭਾਬੀ ਦਰਵਾਜ਼ਾ ਖੋਲ੍ਹੋ, ਵੀਰਾ ਘਰੇ ਆਇਆ। ਵੀਰੇ ਦੀ ਸਿਹਤ ਠੀਕ ਨਹੀਂ ਹੈ, ਪਰ ਅੰਦਰ ਕੋਈ ਵੀ ਹਲਚਲ ਨਹੀਂ ਹੋ ਰਹੀ ਸੀ। ਫਿਰ ਮੈਂ ਵੀਰੇ ਦੇ ਕੋਲ ਆ ਬੈਠ ਗਈ। ਉਹਨਾਂ ਦਾ ਮੂੰਹ ਗੁੱਸੇ ਨਾਲ ਲਾਲ ਹੋ ਰਿਹਾ ਸੀ। ਮੈਂ ਕਿਹਾ, ਵੀਰੇ ਤੁਸੀਂ ਮੇਰੇ ਕਮਰੇ 'ਚ ਆਰਾਮ ਕਰ ਲਓ, ਹੋ ਸਕਦਾ ਹੈ ਭਾਬੀ ਗਹਿਰੀ ਨੀਂਦ ਵਿੱਚ ਹੋਣ। ਵੀਰੇ ਨੇ ਨਾਂਹ ਵਿੱਚ ਸਿਰ ਹਿਲਾ ਦਿੱਤਾ ਤੇ ਬੋਲੇ, ਨਿਸ਼ਾ ਵੀ ਤਾਂ ਸੌ ਰਹੀ ਹੈ, ਤੂੰ ਜਾ ਇੱਥੋਂ ਜਾ ਕੇ ਆਰਾਮ ਕਰ ਲੈ। ਪਰ ਮੈਂ ਆਪਣੇ ਭਰਾ ਦੇ ਕੋਲ ਹੀ ਬੈਠੀ ਰਹੀ। ਉਦੋਂ ਹੀ ਭਾਬੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਭਾਬੀ ਲੰਗੜਾਉਂਦੀ ਹੋਈ ਬਾਹਰ ਨਿਕਲੀ। ਵੀਰਾ ਗੁੱਸੇ 'ਚ ਇੱਕਦਮ ਨਾਲ ਭਾਬੀ ਦੇ ਚੀਕਣ ਲੱਗ ਪਿਆ ਤੇ ਦਰਵਾਜ਼ਾ ਅੰਦਰੋਂ ਕਿਉਂ ਬੰਦ ਸੀ? ਤੈਨੂੰ ਨਹੀਂ ਪਤਾ ਮੈਂ ਆਪਣੀਆਂ 2 ਮਾਸੂਮ ਭੈਣਾਂ ਨੂੰ ਤੇਰੇ ਹਵਾਲੇ ਛੱਡ ਕੇ ਬਾਹਰ ਕੰਮ ਤੇ ਜਾਂਦਾ ਹਾਂ। ਤੂੰ ਹਰ ਰੋਜ਼ ਇੱਦਾਂ ਹੀ ਕਰਦੀ ਆ। ਹੁਣ ਤੂੰ ਮੇਰੀਆਂ ਭੈਣਾਂ ਨੂੰ ਆਪਣਾ ਸਮਝਿਆ ਹੀ ਨਹੀਂ। ਮੈਂ ਖੁਦ 19 ਸਾਲ ਦੀ ਡਰਪੋਕ ਕੁੜੀ ਸੀ। ਵੀਰੇ ਦੇ ਗੁੱਸੇ ਨੂੰ ਦੇਖ ਕੇ ਡਰ ਗਈ ਸੀ, ਪਰ ਮੈਂ ਵੀਰੇ ਨੂੰ ਕਿਹਾ, ਵੀਰੇ ਤੁਸੀਂ ਗਲਤ ਸਮਝ ਰਹੇ ਹੋ, ਭਾਬੀ ਨੇ ਸਾਨੂੰ ਕਦੀ ਵੀ ਪਰਾਇਆ ਨਹੀਂ ਸਮਝਿਆ, ਉਹ ਮਾਂ ਦੇ ਵਾਂਗ ਹੀ ਸਾਡਾ ਖਿਆਲ ਰੱਖਦੇ ਹਨ। ਸ਼ਾਇਦ ਅੱਜ ਭਾਬੀ ਦੀ ਸਿਹਤ ਖਰਾਬ ਹੋਣੀ ਤਾਂ ਹੀ ਉਹਨਾਂ ਦੀ ਅੱਖ ਲੱਗ ਗਈ ਹੋਣੀ ਆ। ਮੇਰੀਆਂ ਗੱਲਾਂ ਸੁਣ ਕੇ ਵੀਰੇ ਨੇ ਮੇਰੇ ਸਿਰ ਤੇ ਹੱਥ ਫੇਰਿਆ ਅਤੇ ਕਮਰੇ 'ਚ ਚਲੇ ਗਏ। ਭਾਬੀ ਦੀਆਂ ਅੱਖਾਂ 'ਚ ਵੀ ਅੱਥਰੂ ਆ ਗਏ ਸੀ। ਉਹਨਾਂ ਨੇ ਮੈਨੂੰ ਗਲ ਨਾਲ ਲਗਾ ਲਿਆ ਅਤੇ ਕਹਿਣ ਲੱਗੇ, ਸ਼ੁਕਰੀਆ ਸੁਨੇਹਾ। ਮੈਂ ਕਿਹਾ, ਸ਼ੁਕਰੀਆ ਨੂੰ ਗੋਲੀ ਮਾਰੋ ਭਾਬੀ, ਚਲੋ ਰਸੋਈ 'ਚ ਚੱਲ ਕੇ ਦਾਲ ਬਣਾਉਂਦੇ ਆ। ਮੇਰੀ ਗੱਲ ਸੁਣ ਭਾਬੀ ਪਰੇਸ਼ਾਨ ਹੋ ਗਈ ਤੇ ਬੋਲੀ, ਦਾਲ ਤਾਂ ਮੈਂ ਖਾ ਲਈ ਹੈ, ਤੂੰ ਜਾ ਕੇ ਆਪਣੇ ਕਮਰੇ 'ਚ ਪੜ੍ਹਾਈ ਕਰੋ ਅਤੇ ਲੰਗੜਾਉਂਦੇ ਹੋਏ ਰਸੋਈ 'ਚ ਚਲੇ ਗਏ। ਮੈਂ ਹੈਰਾਨ ਹੋ ਕੇ ਖੜੀ ਸੀ ਕਿ ਭਾਬੀ ਨੇ ਮੇਰੇ ਨਾਲ ਝੂਠ ਕਿਉਂ ਬੋਲਿਆ ਕਿ ਉਹਨਾਂ ਨੇ ਦਾਲ ਖਾ ਲਈ ਹੈ, ਕਿਉਂਕਿ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿ ਭਾਬੀ ਨੇ ਕੱਚੀ ਦਾਲ ਆਪਣੇ ਕਮਰੇ 'ਚ ਲੈ ਕੇ ਗਈ ਸੀ। ਫਿਰ ਮੈਂ ਆਪਣੇ ਕਮਰੇ ਵਿੱਚ ਆ ਗਈ ਤੇ ਪੜ੍ਹਦੇ ਪੜ੍ਹਦੇ ਨਾ ਜਾਣੇ ਮੇਰੀ ਵੀ ਕਦੋਂ ਅੱਖ ਲੱਗ ਗਈ ਅਤੇ ਸਵੇਰ ਹੋਈ ਅਤੇ ਘਬਰਾ ਕੇ ਉੱਠ ਗਈ। ਮੇਰੇ ਨਾਲ ਨਾਲ ਨਿਸ਼ਾ ਵੀ ਉੱਠ ਗਈ। ਫਿਰ ਅਸੀਂ ਦੋਨੋਂ ਜਾ ਕੇ ਭਾਬੀ ਨਾਲ ਰਸੋਈ 'ਚ ਮਦਦ ਕਰਾਉਣ ਲੱਗ ਪਈਆਂ। ਮੈਨੂੰ ਭਾਬੀ ਬੜੀ ਬੇਚੈਨ ਅਤੇ ਖੋਈ ਖੋਈ ਜਿਹੀ ਲੱਗ ਰਹੀ ਸੀ। ਵੀਰਾ ਵੀ ਰਸੋਈ ਵਿੱਚ ਆ ਗਿਆ। ਹੁਣ ਵੀਰੇ ਦੀ ਸਿਹਤ ਵੀ ਠੀਕ ਲੱਗ ਰਹੀ ਸੀ ਅਤੇ ਭਾਬੀ ਨਾਲ ਆਰਾਮ ਨਾਲ ਗੱਲਾਂ ਕਰ ਰਹੇ ਸੀ। ਮੈਂ ਇਹ ਸੋਚ ਕੇ ਸਭ ਕੁਝ ਨਜ਼ਰ ਅੰਦਾਜ਼ ਕਰ ਦਿੱਤਾ ਕਿ ਸ਼ਾਇਦ ਇਹ ਸਭ ਮੇਰਾ ਵਹਿਮ ਹੋਵੇਗਾ।
ਫਿਰ ਮੈਂ ਕਾਲਜ ਦੇ ਲਈ ਤਿਆਰ ਹੋ ਗਈ ਤੇ ਵੀਰੇ ਦੇ ਨਾਲ ਹੀ ਚਲੀ ਗਈ। ਕਾਲਜ ਤੋਂ ਵਾਪਸ ਆਉਣ ਲਈ ਮੈਂ ਬੱਸ 'ਚ ਸਫ਼ਰ ਕਰਦੀ ਸੀ। ਜਿੱਦਾਂ ਹੀ ਮੈਂ ਕਾਲਜ ਤੋਂ ਘਰ ਵਾਪਸ ਆਈ ਤਾਂ ਮੈਨੂੰ ਭਾਬੀ ਮੇਰੇ ਇੰਤਜ਼ਾਰ ਵਿੱਚ ਬੈਠੀ ਹੁੰਦੀ, ਪਰ ਮੈਨੂੰ ਦੇਖ ਕੇ ਤੁਰੰਤ ਉਹ ਬੋਲੀ, ਸੁਨੇਹਾ ਜਲਦੀ ਨਾਲ ਕੱਪੜੇ ਬਦਲ ਕੇ ਮੈਨੂੰ 1 ਕਿਲੋ ਮਸਰਾਂ ਦੀ ਦਾਲ ਲਿਆ ਕੇ ਦੇ। ਫਿਰ ਉਹ ਕਮਰੇ ਵਿੱਚ ਪੈਸੇ ਲੈਣ ਚਲੀ ਗਈ। ਉਹਨਾਂ ਦੀ ਲੰਗੜਾਹਟ ਹੁਣ ਖਤਮ ਹੋ ਚੁੱਕੀ ਸੀ। ਮੈਂ ਜਲਦੀ ਨਾਲ ਮੂੰਹ ਧੋ ਕੇ ਭਾਬੀ ਕੋਲੋਂ ਪੈਸੇ ਲੈ ਕੇ ਕਿਲੋ ਮਸਰਾਂ ਦੀ ਦਾਲ ਲੈ ਆਈ। ਮੈਂ ਦਾਲ ਵਾਲਾ ਥੈਲਾ ਭਾਬੀ ਨੂੰ ਫੜਾਉਂਦੇ ਹੋਏ ਕਿਹਾ, ਪਲੀਜ਼ ਭਾਬੀ, ਅੱਜ ਦਾਲ ਚੌਲ ਬਣਾ ਲੈਣਾ। ਮੇਰੇ ਭਾਬੀ ਦਾ ਰੰਗ ਇੱਕ ਪਲ ਦੇ ਲਈ ਫਿੱਕਾ ਪੈ ਗਿਆ। ਫਿਰ ਉਹ ਹਾਂ ਵਿੱਚ ਸਿਰ ਹਿਲਾ ਕੇ ਦਾਲ ਆਪਣੇ ਕਮਰੇ ਵਿੱਚ ਲੈ ਕੇ ਚਲੀ ਗਈ। ਮੈਂ ਸੋਚ ਵਿੱਚ ਪੈ ਗਈ ਕਿ ਭਲਾ ਕੋਈ ਕੱਚੀ ਦਾਲ ਵੀ ਆਪਣੇ ਕਮਰੇ ਵਿੱਚ ਲੈ ਕੇ ਜਾਂਦਾ। ਇਹੀ ਸੋਚਦੀ ਹੋਈ ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ ਤੋਂ ਪੜ੍ਹਾਈ ਕਰਨ ਲੱਗੀ। ਸ਼ਾਮ ਹੋਈ ਤਾਂ ਮੇਰਾ ਭਰਾ ਵੀ ਆਫਿਸ ਤੋਂ ਵਾਪਸ ਆ ਗਿਆ ਅਤੇ ਸਾਡੇ ਵਾਸਤੇ ਖਾਣ ਲਈ ਸਮਾਨ ਲੈ ਕੇ ਆਇਆ। ਵੀਰੇ ਦੀ ਆਵਾਜ਼ ਸੁਣ ਕੇ ਭਾਬੀ ਵੀ ਆਪਣੇ ਕਮਰੇ 'ਚੋਂ ਬਾਹਰ ਆ ਗਈ। ਉਹ ਲੰਗੜਾ ਕੇ ਚੱਲ ਰਹੀ ਸੀ। ਮੈਂ ਦੇਖ ਕੇ ਹੈਰਾਨ ਰਹਿ ਗਈ ਕਿ ਪਹਿਲਾਂ ਤਾਂ ਭਾਬੀ ਸਹੀ ਹੋ ਗਈ ਸੀ। ਮੈਨੂੰ ਭਾਬੀ 'ਤੇ ਸ਼ੱਕ ਹੋਣ ਲੱਗ ਪਿਆ ਕਿ ਕਿਤੇ ਵੀਰੇ ਨੂੰ ਦਿਖਾਉਣ ਦੇ ਲਈ ਉਹਨਾਂ ਦੇ ਸਾਹਮਣੇ ਨਾਟਕ ਤਾਂ ਨਹੀਂ ਕਰਦੇ। ਜਦੋਂ ਮੈਂ ਭਾਬੀ ਦੇ ਚਿਹਰੇ ਵੱਲ ਦੇਖਿਆ ਤਾਂ ਸਾਫ਼ ਪਤਾ ਚੱਲ ਰਿਹਾ ਸੀ ਕਿ ਭਾਬੀ ਤਕਲੀਫ ਵਿੱਚ ਹਨ। ਫਿਰ ਮੈਂ ਆਪਣੀ ਸੋਚ ਨੂੰ ਬਦਲਿਆ ਤੇ ਤੁਰੰਤ ਭਾਬੀ ਦੇ ਕੋਲ ਗਈ ਤੇ ਪੁੱਛਣ ਲੱਗ ਪਈ ਕਿ ਭਾਬੀ ਪੈਰ 'ਚ ਕੀ ਹੋਇਆ, ਪਰ ਉਹ ਕੁਝ ਨਾ ਬੋਲੀ। ਵੀਰੇ ਨੂੰ ਭੁੱਖ ਲੱਗੀ, ਇਸ ਕਰਕੇ ਭਾਬੀ ਜਲਦੀ ਰਸੋਈ ਵਿੱਚ ਚਲੀ ਗਈ। ਮੈਂ ਅਕਸਰ ਰਸੋਈ ਵਿੱਚ ਭਾਬੀ ਦੀ ਮਦਦ ਕਰਦੀ ਹੁੰਦੀ ਸੀ। ਅੱਜ ਵੀ ਮੈਂ ਉਹਨਾਂ ਦੀ ਮਦਦ ਦੇ ਲਈ ਰਸੋਈ 'ਚ ਚਲੀ ਗਈ। ਭਾਬੀ ਨੂੰ ਮੈਂ ਕਿਹਾ, ਭਾਬੀ ਦਾਲ ਚੌਲ ਦੇ ਬਾਰੇ ਸੋਚ ਕੇ ਬਹੁਤ ਭੁੱਖ ਲੱਗੀ ਹੈ। ਭਾਬੀ ਨੇ ਬੜੀ ਅਜੀਬ ਨਜ਼ਰਾਂ ਨਾਲ ਮੇਰੇ ਵੱਲ ਦੇਖਿਆ ਅਤੇ ਬੋਲੀ, ਅੱਜ ਤਾਂ ਘਰ ਵਿੱਚ ਆਲੂ ਦੀ ਸਬਜ਼ੀ ਬਣੀ ਹੈ, ਦਾਲ ਤਾਂ ਮੈਂ ਕਦੋਂ ਦੀ ਖਾ ਲਈ। ਇਹ ਸੁਣ ਕੇ ਮੈਂ ਹੱਕੀ ਬੱਕੀ ਰਹਿ ਗਈ। ਮੇਰਾ ਦਿਲ ਭਰ ਆਇਆ ਤੇ ਮੈਂ ਆਪਣੇ ਕਮਰੇ ਵਿੱਚ ਵਾਪਸ ਆ ਗਈ। ਮੈਂ ਆਪਣੀਆਂ ਸੋਚਾਂ ਵਿੱਚ ਗਵਾਚੀ ਸੀ, ਪਰ ਨਿਸ਼ਾ ਨੂੰ ਦੇਖ ਕੇ ਮੈਂ ਚੌਂਕ ਗਈ ਕਿਉਂਕਿ ਉਹ ਪੁਰਾਣੀਆਂ ਫਸਟ ਈਅਰ ਦੀਆਂ ਕਿਤਾਬਾਂ ਖੋਲ੍ਹ ਕੇ ਬੈਠੀ ਸੀ। ਮੈਂ ਉਸਨੂੰ ਕਿਹਾ, ਜਦੋਂ ਪੜ੍ਹਨ ਦੇ ਦਿਨ ਸੀ ਉਦੋਂ ਤਾਂ ਤੂੰ ਪੜ੍ਹਾਈ ਤੋਂ ਜਾਨ ਬਚਾਉਣ ਲਈ, ਹੁਣ ਕੀ ਫਾਇਦਾ ਇਸ ਪੜ੍ਹਾਈ ਦਾ। ਮੈਂ ਨਿਸ਼ਾ ਤੋਂ ਕਿਤਾਬਾਂ ਲੈਣ ਲਈ ਹੱਥ ਅੱਗੇ ਕੀਤਾ ਤਾਂ ਉਹ ਇੱਕਦਮ ਗੁੱਸੇ ਨਾਲ ਬੋਲੀ, ਕਦੀ ਤਾਂ ਮੇਰੀ ਜਾਨ ਬਖਸ਼ ਦਿਆ ਕਰ, ਹਰ ਵੇਲੇ ਮੇਰੀ ਮਾਂ ਬਣਨ ਦੀ ਕੋਸ਼ਿਸ਼ ਨਾ ਕਰਿਆ ਕਰ। ਮੈਨੂੰ ਸ਼ੀਤਲ ਤੋਂ ਇਸ ਤਰ੍ਹਾਂ ਦੇ ਵਰਤਾਵ ਦੀ ਉਮੀਦ ਨਹੀਂ ਸੀ। ਨਿਸ਼ਾ ਨੇ ਤਾਂ ਕਦੀ ਮੇਰੇ ਨਾਲ ਇੱਦਾਂ ਗੱਲ ਨਹੀਂ ਕੀਤੀ ਸੀ। ਮੈਂ ਉੱਥੋਂ ਉੱਠ ਕੇ ਵੀਰੇ ਦੇ ਕੋਲ ਆ ਕੇ ਬੈਠ ਗਈ। ਮੇਰਾ ਭਰਾ ਮੈਨੂੰ ਮੇਰੀ ਪੜ੍ਹਾਈ ਦੇ ਬਾਰੇ ਪੁੱਛਣ ਲੱਗ ਗਏ, ਪਰ ਮੇਰਾ ਸਾਰਾ ਧਿਆਨ ਭਾਬੀ ਦੇ ਵੱਲ ਸੀ। ਉਹ ਵੀਰੇ ਦੇ ਸਾਹਮਣੇ ਘੱਟ ਆ ਰਹੀ ਸੀ ਤੇ ਉਹ ਬਹੁਤ ਮੁਸ਼ਕਲ ਨਾਲ ਕੋਸ਼ਿਸ਼ ਕਰ ਰਹੀ ਸੀ ਕਿ ਲੰਗੜਾ ਕੇ ਨਾ ਚੱਲਣ। ਵੀਰੇ ਨੇ ਮੈਨੂੰ ਜਦੋਂ ਏਦਾਂ ਗੁੰਮਸੁੰਮ ਦੇਖਿਆ ਤਾਂ ਮੇਰੀ ਪਰੇਸ਼ਾਨੀ ਦੀ ਵਜ੍ਹਾ ਪੁੱਛੀ। ਮੈਂ ਬਿਨਾਂ ਸੋਚੇ ਸਮਝੇ ਵੀਰੇ ਨੂੰ ਕਹਿ ਦਿੱਤਾ ਕਿ ਨਿਸ਼ਾ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਹੈ। ਮੇਰੀ ਗੱਲ ਸੁਣ ਕੇ ਵੀਰਾ ਹੈਰਾਨ ਹੋ ਗਿਆ। ਫਿਰ ਉਹਨਾਂ ਨੇ ਨਿਸ਼ਾ ਨੂੰ ਬੁਲਾਇਆ ਅਤੇ ਕਹਿਣ ਲੱਗੇ, ਤੂੰ ਹਰ ਵੇਲੇ ਕਮਰੇ ਵਿੱਚ ਕਿਉਂ ਵੜੀ ਰਹਿੰਦੀ ਏਂ, ਬਾਹਰ ਆ ਕੇ ਸਾਡੇ ਨਾਲ ਕਿਉਂ ਨਹੀਂ ਬੈਠਦੀ। ਵੀਰਾ ਹਜੇ ਬੋਲ ਹੀ ਨਹੀਂ ਰਿਹਾ ਸੀ ਕਿ ਨਿਸ਼ਾ ਨੇ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗੀ, ਪਿਤਾ ਜੀ ਆਪ ਤਾਂ ਇਸ ਦੁਨੀਆ ਤੋਂ ਚਲੇ ਗਏ, ਪਰ ਮੈਨੂੰ ਦਰ ਦੀਆਂ ਠੋਕਰਾਂ ਖਾਣ ਲਈ ਛੱਡ ਗਏ। ਤੁਸੀਂ ਕਹਿੰਦੇ ਕਮਰੇ 'ਚ ਨਾ ਬੈਠ, ਭਾਬੀ ਕਹਿੰਦੀ ਕੰਮ 'ਚ ਹੱਥ ਵਟਾ, ਜਦੋਂ ਕਿ ਮੇਰੀ ਭੈਣ ਤਾਂ ਮੇਰੀ ਦੁਸ਼ਮਣ ਹੀ ਬਣੀ ਬੈਠੀ। ਮੇਰਾ ਭਰਾ ਨਿਸ਼ਾ ਦੀ ਹਾਲਤ ਦੇਖ ਕੇ ਹੈਰਾਨ ਰਹਿ ਗਿਆ। ਫਿਰ ਮੇਰਾ ਭਰਾ ਉੱਠਿਆ ਅਤੇ ਨਿਸ਼ਾ ਨੂੰ ਗਲ ਨਾਲ ਲਗਾ ਲਿਆ ਅਤੇ ਕਹਿਣ ਲੱਗਿਆ, ਨਿਸ਼ਾ ਤੂੰ ਤਾਂ ਜਾਣਦੀ ਹੀ ਹੈ ਕਿ ਮੈਂ ਤੈਨੂੰ ਕਦੀ ਆਪਣੀ ਭੈਣ ਨਹੀਂ ਬੇਟੀ ਸਮਝਿਆ ਹੈ, ਫਿਰ ਤੂੰ ਕਿਉਂ ਇੱਦਾਂ ਸੋਚਦੀ ਹੈ। ਨਿਸ਼ਾ ਬੋਲੇ ਬਿਨਾਂ ਰੋਂਦੀ ਹੀ ਰਹੀ। ਅਸੀਂ ਸਾਰੇ ਪਰੇਸ਼ਾਨ ਹੋ ਗਏ ਸੀ। ਫਿਰ ਅਚਾਨਕ ਉਸਨੇ ਆਪਣੇ ਅੱਥਰੂ ਪੂੰਝੇ ਅਤੇ ਸਾਡੇ ਕੋਲੋਂ ਮਾफ़ੀ ਮੰਗ ਕੇ ਆਪਣੇ ਕਮਰੇ ਵਿੱਚ ਚਲੀ ਗਈ। ਫਿਰ ਵੀਰੇ ਨੇ ਭਾਬੀ ਨੂੰ ਪੁੱਛਿਆ ਕਿ ਨਿਸ਼ਾ ਤਾਂ ਘਰ ਹੀ ਰਹਿੰਦੀ ਹੈ, ਫਿਰ ਉਹ ਇੰਨੀ ਚਿੜਚਿੜੀ ਕਿਉਂ ਹੋ ਗਈ ਹੈ।
ਭਾਬੀ ਦਾ ਚਿਹਰਾ ਇੱਕਦਮ ਸਫੇਦ ਪੈ ਚੁੱਕਿਆ ਸੀ। ਉਹ ਬਹੁਤ ਘਬਰਾ ਗਈ ਅਤੇ ਭਾਬੀ ਸੁਨੀਲ ਨੂੰ ਕਹਿਣ ਲੱਗੀ, ਨਿਸ਼ਾ ਤਾਂ ਹਰ ਵਕਤ ਆਪਣੇ ਕਮਰੇ ਵਿੱਚ ਹੀ ਬੈਠੀ ਰਹਿੰਦੀ ਹੈ, ਇਸ ਲਈ ਮੈਂ ਉਸਨੂੰ ਕਿਹਾ ਸੀ ਕਿ ਤੂੰ ਘਰ ਦੇ ਕੰਮਕਾਰ ਵਿੱਚ ਮੇਰੀ ਥੋੜ੍ਹੀ ਬਹੁਤ ਮਦਦ ਕਰ ਦਿਆ ਕਰ। ਇਸ ਤਰ੍ਹਾਂ ਤੂੰ ਘਰ ਵਿੱਚ ਬੋਰ ਵੀ ਨਹੀਂ ਹੋਇਆ ਕਰੇਂਗੀ। ਸ਼ਾਇਦ ਇਹ ਗੱਲ ਉਸ ਨੂੰ ਬੁਰੀ ਲੱਗ ਗਈ ਹੋਵੇਗੀ। ਵੀਰ ਜੀ ਕੁਝ ਸੋਚਣ ਲੱਗ ਪਏ ਸੀ। ਪਤਾ ਨਹੀਂ ਮੈਨੂੰ ਕਿਉਂ ਇੱਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਸ਼ੀਤਲ ਭਾਬੀ ਸਾਡੇ ਕੋਲੋਂ ਕੁਝ ਲੁਕਾ ਰਹੀ ਹੋਵੇ। ਗੱਲ ਕੁਝ ਇੱਦਾਂ ਦੀ ਹੀ ਸੀ, ਕੁਝ ਨਾ ਕੁਝ ਤਾਂ ਬੁਰਾ ਹੋ ਹੀ ਰਿਹਾ ਸੀ। ਅਗਲੇ ਦਿਨ ਵੀਰ ਜੀ ਸਾਡੇ ਵਾਸਤੇ ਇੱਕ ਨਵਾਂ ਟੀਵੀ ਲੈ ਕੇ ਆਏ ਅਤੇ ਕੁਝ ਫਿਲਮਾਂ ਦੀਆਂ ਸੀਡੀਆਂ, ਕਿਤਾਬਾਂ ਅਤੇ ਨਾਵਲ ਵੀ ਪੜ੍ਹਨ ਨੂੰ ਲੈ ਕੇ ਆਏ ਅਤੇ ਲਿਆ ਕੇ ਨਿਸ਼ਾ ਦੇ ਹੱਥ ਵਿੱਚ ਫੜਾ ਦਿੱਤੀਆਂ ਅਤੇ ਵੀਰ ਜੀ ਕਹਿਣ ਲੱਗੇ, ਅੱਜ ਤੋਂ ਬਾਅਦ ਤੂੰ ਘਰ ਵਿੱਚ ਬੋਰ ਨਹੀਂ ਹੋਵੇਂਗੀ। ਫਿਰ ਕੈਰਮ ਬੋਰਡ ਭਾਬੀ ਦੇ ਹੱਥ ਵਿੱਚ ਫੜਾ ਕੇ ਕਹਿਣ ਲੱਗੇ, ਤੂੰ ਤੇ ਨਿਸ਼ਾ ਕੈਰਮ ਬੋਰਡ ਖੇਡ ਲਿਆ ਕਰੋ। ਇਹ ਦੇਖ ਕੇ ਭਾਬੀ ਵੀ ਖੁਸ਼ ਹੋ ਗਈ ਸੀ। ਮੈਂ ਜਦੋਂ ਕਮਰੇ ਵਿੱਚ ਆਈ ਤਾਂ ਨਿਸ਼ਾ ਬੜੇ ਜੋਸ਼ ਵਿੱਚ ਲੱਗ ਰਹੀ ਸੀ। ਸੁਨੇਹਾ, ਮੈਂ ਸਾਰਾ ਦਿਨ ਫਿਲਮਾਂ ਦੇਖਿਆ ਕਰਾਂਗੀ, ਤੂੰ ਪੜ੍ਹਾਈ ਵਿੱਚ ਧਿਆਨ ਲਗਾ ਕੇ ਰਹਿਣਾ। ਮੇਰਾ ਦਿਲ ਵੀ ਲਲਚਾ ਗਿਆ ਸੀ। ਵੀਰ ਜੀ ਨਿਸ਼ਾ ਵਾਸਤੇ ਬੱਚਿਆਂ ਵਾਲੀਆਂ ਫਿਲਮਾਂ ਵੀ ਲੈ ਕੇ ਆਏ ਸੀ। ਮੈਂ ਦੇਰ ਰਾਤ ਤੱਕ ਜਾਗ ਕੇ ਪੜ੍ਹਾਈ ਕਰਦੀ ਸੀ। ਇੱਕ ਦਿਨ ਮੈਂ ਪੜ੍ਹਾਈ ਕਰ ਰਹੀ ਸੀ ਜਦੋਂ ਮੈਂ ਭਾਬੀ ਨੂੰ ਆਪਣੇ ਕਮਰੇ ਵਿੱਚੋਂ ਨਿਕਲਦੇ ਹੋਏ ਦੇਖਿਆ। ਉਹ ਤੇਜ਼-ਤੇਜ਼ ਕਦਮਾਂ ਨਾਲ ਕੋਠੇ 'ਤੇ ਚਲੀ ਗਈ। ਇਹ ਦੇਖ ਕੇ ਮੈਂ ਸੋਚਿਆ, ਭਾਬੀ ਅੱਧੀ ਰਾਤ ਨੂੰ ਪਤਾ ਨਹੀਂ ਛੱਤ 'ਤੇ ਕੀ ਕਰਨ ਜਾ ਰਹੀ ਹੈ। ਤੇ ਕਰੀਬ 1 ਘੰਟਾ ਛੱਤ 'ਤੇ ਗੁਜ਼ਾਰਨ ਤੋਂ ਬਾਅਦ ਭਾਬੀ ਆਪਣੇ ਕਮਰੇ ਵਿੱਚ ਵਾਪਸ ਚਲੀ ਗਈ। ਆਖਿਰ ਇਹ ਸਭ ਹੋ ਕੀ ਰਿਹਾ ਸੀ? ਮੈਨੂੰ ਇਸ ਗੱਲ ਦਾ ਬੜਾ ਹੀ ਫਿਕਰ ਹੋ ਰਿਹਾ ਸੀ ਕਿ ਇਹ ਸਭ ਦੇਖ ਕੇ ਮੇਰਾ ਦਿਲ ਪੜ੍ਹਾਈ ਵਿੱਚ ਵੀ ਨਹੀਂ ਲੱਗ ਰਿਹਾ ਸੀ। ਅਗਲੇ ਦਿਨ ਜਦੋਂ ਮੈਂ ਕਾਲਜ ਤੋਂ ਵਾਪਸ ਆਈ ਤਾਂ ਭਾਬੀ ਨੇ ਮੇਰੇ ਹੱਥ ਵਿੱਚ ਪੈਸੇ ਫੜਾਉਂਦੇ ਹੋਏ ਮੈਨੂੰ 1 ਕਿਲੋ ਮਸਰਾਂ ਦੀ ਦਾਲ ਲੈ ਕੇ ਆਉਣ ਨੂੰ ਕਿਹਾ। ਜਦੋਂ ਮੈਂ ਕੱਪੜੇ ਬਦਲਣ ਲਈ ਕਮਰੇ ਵਿੱਚ ਗਈ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ। ਨਿਸ਼ਾ ਫਿਰ ਤੋਂ ਫਸਟ ਈਅਰ ਦੀਆਂ ਕਿਤਾਬਾਂ ਪੜ੍ਹ ਰਹੀ ਸੀ। ਮੈਨੂੰ ਦੇਖ ਕੇ ਉਹ ਇੱਕਦਮ ਘਬਰਾ ਗਈ ਅਤੇ ਭੱਜ ਕੇ ਕਮਰੇ ਤੋਂ ਬਾਹਰ ਚਲੀ ਗਈ। ਮੈਂ ਸੋਚਿਆ, ਪਹਿਲਾਂ ਜਾ ਕੇ ਭਾਬੀ ਨੂੰ ਮਸਰਾਂ ਦੀ ਦਾਲ ਲਿਆ ਦਿੰਦੀ ਹਾਂ, ਨਿਸ਼ਾ ਨੂੰ ਬਾਅਦ ਵਿੱਚ ਦੇਖਾਂਗੀ। ਮੈਂ ਦਾਲ ਲੈ ਕੇ ਆ ਗਈ ਅਤੇ ਭਾਬੀ ਚੁੱਪਚਾਪ ਦਾਲ ਲੈ ਕੇ ਕਮਰੇ ਵਿੱਚ ਚਲੀ ਗਈ ਅਤੇ ਦਰਵਾਜ਼ਾ ਬੰਦ ਕਰਕੇ ਅੰਦਰੋਂ ਕੁੰਡੀ ਲਗਾ ਲਈ। ਮੈਂ ਸਭ ਕੁਝ ਨਜ਼ਰ ਅੰਦਾਜ਼ ਕਰ ਦਿੱਤਾ ਅਤੇ ਨਿਸ਼ਾ ਦੀ ਖਬਰ ਲੈਣ ਕਮਰੇ ਵਿੱਚ ਚਲੀ ਗਈ। ਨਿਸ਼ਾ ਕਹਿਣ ਲੱਗੀ, ਸੁਨੇਹਾ ਤੂੰ ਭਾਬੀ ਨੂੰ ਰੋਜ਼-ਰੋਜ਼ ਦਾਲ ਨਾ ਲਿਆ ਕੇ ਦਿਆ ਕਰ। ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਕਿ ਨਿਸ਼ਾ ਮੈਨੂੰ ਇੱਦਾਂ ਕਿਉਂ ਕਹਿ ਰਹੀ ਹੈ। ਤਾਂ ਮੈਂ ਨਿਸ਼ਾ ਨੂੰ ਪੁੱਛਿਆ, ਕਿਉਂਕਿ ਕੀ ਗੱਲ ਹੋ ਗਈ ਹੈ? ਉਹ ਭੱਜ ਕੇ ਮੇਰੇ ਕੋਲ ਆਈ ਅਤੇ ਮੇਰੇ ਕੰਨ ਵਿੱਚ ਕਹਿਣ ਲੱਗੀ। ਇਹ ਸੁਣ ਕੇ ਮੇਰਾ ਸਿਰ ਘੁੰਮਣ ਲੱਗ ਪਿਆ। ਮੈਂ ਨਿਸ਼ਾ ਦੀ ਗੱਲ ਝੂਠ ਵੀ ਨਹੀਂ ਮੰਨ ਸਕਦੀ ਸੀ ਕਿਉਂਕਿ ਉਹ ਤਾਂ ਸਾਰਾ ਦਿਨ ਘਰ ਵਿੱਚ ਹੀ ਰਹਿੰਦੀ ਸੀ। ਉਸ ਨੂੰ ਭਾਬੀ ਦੀ ਹਰ ਗੱਲ ਦੀ ਪੂਰੀ ਜਾਣਕਾਰੀ ਹੁੰਦੀ ਸੀ। ਮੈਂ ਨਿਸ਼ਾ ਨੂੰ ਸਹੁੰ ਦੇ ਕੇ ਕਹਿ ਦਿੱਤਾ ਕਿ ਇਹ ਗੱਲ ਹਾਲੇ ਤੂੰ ਕਿਸੇ ਹੋਰ ਨੂੰ ਨਾ ਦੱਸੀ। ਮੈਂ ਖੁਦ ਇਸ ਸਾਰੇ ਮਾਮਲੇ ਦੀ ਜਾਂਚ ਕਰਾਂਗੀ ਅਤੇ ਪੂਰਾ ਸੱਚ ਸਾਹਮਣੇ ਆਉਣ ਤੋਂ ਬਾਅਦ ਹੀ ਇਸ ਗੱਲ 'ਤੇ ਕੋਈ ਫੈਸਲਾ ਕਰਾਂਗੀ। ਫਿਰ ਮੈਂ ਪੜ੍ਹਨ ਬੈਠ ਗਈ ਅਤੇ ਉਹ ਉੱਪਰ ਛੱਤ 'ਤੇ ਚਲੀ ਗਈ। ਪਰ ਪੜ੍ਹਾਈ ਵਿੱਚ ਮੇਰਾ ਮਨ ਬਿਲਕੁਲ ਵੀ ਨਹੀਂ ਲੱਗ ਰਿਹਾ ਸੀ। ਮੈਂ ਨਿਸ਼ਾ ਅਤੇ ਭਾਬੀ ਨੂੰ ਲੈ ਕੇ ਬੜੀ ਪਰੇਸ਼ਾਨ ਸੀ ਕਿ ਇਹ ਦੋਨੋਂ ਹੀ ਬੜੀ ਅਜੀਬ-ਅਜੀਬ ਹਰਕਤਾਂ ਕਰ ਰਹੀਆਂ ਸਨ ਕਿ ਇਹ ਸਭ ਮੈਂ ਸੋਚ ਹੀ ਰਹੀ ਸੀ। ਅਚਾਨਕ ਭਾਬੀ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ। ਭਾਬੀ ਲੰਗੜਾਉਂਦੀ ਹੋਈ ਚੱਲ ਰਹੀ ਸੀ। ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ। ਮੈਂ ਭਾਬੀ ਨੂੰ ਪੁੱਛਿਆ, ਭਾਬੀ ਦਾਲ ਕਿੱਥੇ ਗਈ? ਭਾਬੀ ਕਹਿਣ ਲੱਗੀ, ਉਹ ਤਾਂ ਮੈਂ ਖਾ ਲਈ, ਬੜੀ ਵਧੀਆ ਦਾਲ ਸੀ। ਇਹ ਦੇਖ ਕੇ ਮੈਂ ਚੁੱਪ ਹੋ ਗਈ। ਭਾਬੀ ਲੰਗੜਾਉਂਦੀ ਹੋਈ ਘਰ ਦੇ ਕੰਮ ਕਰਨ ਲੱਗ ਪਈ। ਫਿਰ ਅਚਾਨਕ ਭਾਬੀ ਮੈਨੂੰ ਪੁੱਛਣ ਲੱਗੀ, ਨਿਸ਼ਾ ਕਿੱਥੇ ਹੈ? ਮੈਂ ਭਾਬੀ ਨੂੰ ਕਿਹਾ, ਨਿਸ਼ਾ ਤਾਂ ਛੱਤ 'ਤੇ ਹੈ। ਇਹ ਸੁਣ ਕੇ ਭਾਬੀ ਦੇ ਚਿਹਰੇ ਦਾ ਰੰਗ ਅਚਾਨਕ ਉੱਡ ਗਿਆ ਸੀ। ਫਿਰ ਉਹ ਲੰਗੜਾਉਂਦੀ ਹੋਈ ਛੱਤ ਵੱਲ ਨੂੰ ਜਾਣ ਲੱਗ ਪਈ। ਮੈਂ ਸਿਰ ਮਾਰਦੇ ਹੋਏ ਆਪਣੀ ਕਿਤਾਬ ਚੁੱਕ ਲਈ, ਕਿਹਾ ਕਿ ਇਹ ਤਾਂ ਦੋਨੋਂ ਪਾਗਲ ਹੀ ਹੋਈਆਂ ਪਈਆਂ ਨੇ।
ਅਤੇ ਮੈਨੂੰ ਵੀ ਲੱਗਦਾ ਪਾਗਲ ਕਰ ਦੇਣਗੀਆਂ। ਪਰ ਮੇਰਾ ਮਨ ਪੜ੍ਹਾਈ ਵਿੱਚ ਬਿਲਕੁਲ ਨਹੀਂ ਲੱਗ ਰਿਹਾ ਸੀ। ਉਹਨਾਂ ਦੋਨਾਂ ਨੂੰ ਛੱਤ ਤੇ ਗਈਆਂ ਨੂੰ ਕਾਫੀ ਦੇਰ ਹੋ ਗਈ ਸੀ। ਫਿਰ ਮੈਂ ਵੀ ਛੱਤ ਤੇ ਚਲੀ ਗਈ। ਪੌੜੀਆਂ ਤੇ ਜਾਂਦੇ ਹੋਏ ਮੈਨੂੰ ਭਾਬੀ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਭਾਬੀ ਨਿਸ਼ਾ ਨੂੰ ਬੜੀ ਉੱਚੀ ਉੱਚੀ ਲੜ ਰਹੀ ਸੀ। ਨਿਸ਼ਾ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਮੇਰਾ ਦਿਲ ਆਪਣੇ ਭੈਣ ਨੂੰ ਲੈ ਕੇ ਟੁੱਟ ਗਿਆ ਸੀ। ਮੈਂ ਜਿੱਦਾਂ ਹੀ ਛੱਤ ਤੇ ਪਹੁੰਚੀ, ਭਾਬੀ ਮੈਨੂੰ ਦੇਖ ਕੇ ਡਰ ਗਈ ਸੀ। ਉਸ ਨੇ ਨਿਸ਼ਾ ਨੂੰ ਗਲੇ ਲਗਾਉਂਦੇ ਹੋਏ ਬੋਲੀ, ਕੈਰਮ ਬੋਰਡ ਨਹੀਂ ਖੇਡਣਾ ਆਪਣੀ ਭਾਬੀ ਦੇ ਨਾਲ। ਨਿਸ਼ਾ ਨੇ ਵੀ ਆਪਣੇ ਹੰਝੂ ਪੂੰਝ ਲਏ ਸੀ ਅਤੇ ਜ਼ਬਰਦਸਤੀ ਖੁਸ਼ ਹੋਣ ਲੱਗੀ। ਮੈਂ ਨਿਸ਼ਾ ਦਾ ਹੱਥ ਫੜਿਆ ਤੇ ਉਸ ਨੂੰ ਜ਼ਬਰਦਸਤੀ ਥੱਲੇ ਖਿੱਚ ਕੇ ਲੈ ਆਈ। ਉਹਨੂੰ ਕਮਰੇ ਵਿੱਚ ਲਿਆ ਕੇ ਮੈਂ ਪੁੱਛਣ ਲੱਗੀ, ਭਾਬੀ ਤੈਨੂੰ ਕਿਉਂ ਲੜ ਰਹੀ ਸੀ? ਨਿਸ਼ਾ ਘਬਰਾਉਂਦੇ ਹੋਏ ਕਹਿਣ ਲੱਗੀ, ਨਹੀਂ ਤਾਂ ਭਾਬੀ ਮੈਨੂੰ ਭਲਾ ਕਿਉਂ ਲੜੇਗੀ? ਉਹ ਤਾਂ ਮੈਨੂੰ ਬਹੁਤ ਪਿਆਰ ਕਰਦੀ ਹੈ। ਮੈਂ ਸੋਚਦੀ ਹੋਈ ਚੁੱਪ ਹੋ ਗਈ। ਮੈਂ ਕਿਹਾ, ਨਿਸ਼ਾ ਮੈਨੂੰ ਤੇਰੀ ਮਦਦ ਦੀ ਲੋੜ ਹੈ। ਮੈਂ ਭਾਬੀ ਦਾ ਰਾਜ਼ ਜਾਣਨਾ ਚਾਹੁੰਦੀ ਹਾਂ। ਉਸ ਦਿਨ ਜੋ ਗੱਲ ਤੂੰ ਮੇਰੇ ਕੰਨ ਵਿੱਚ ਕਹੀ ਸੀ ਉਹ ਤੇਰਾ ਵਹਿਮ ਸੀ, ਪਰ ਮੈਂ ਚਾਹੁੰਦੀ ਹਾਂ ਕਿ ਤੂੰ ਮੈਨੂੰ ਅਸਲੀ ਸਬੂਤ ਲਿਆ ਕੇ ਦੇਵੇਂ। ਕੱਲ ਜਦੋਂ ਮੈਂ ਭਾਬੀ ਨੂੰ ਦਾਲ ਲਿਆ ਕੇ ਦਵਾਂਗੀ ਤਾਂ ਤੂੰ ਲੁਕ ਕੇ ਉਹਨਾਂ ਦੇ ਕਮਰੇ ਵਿੱਚ ਚਲੀ ਜਾਵੀਂ ਅਤੇ ਦੇਖੀ ਕਿ ਭਾਬੀ ਦਾਲ ਕਿਸ ਤਰ੍ਹਾਂ ਖਾਂਦੀ ਹੈ ਅਤੇ ਫਿਰ ਲੰਗੜਾ ਲੰਗੜਾ ਕੇ ਉਹ ਕਿਉਂ ਚੱਲਣ ਲੱਗ ਪੈਂਦੀ ਹੈ। ਇਹ ਸੁਣ ਕੇ ਨਿਸ਼ਾ ਮੁਸਕਰਾਉਣ ਲੱਗ ਪਈ ਅਤੇ ਮੈਨੂੰ ਕਹਿਣ ਲੱਗੀ, ਮੈਂ ਤੇਰਾ ਪੂਰਾ ਸਾਥ ਦਿਆਂਗੀ। ਅਗਲੇ ਦਿਨ ਕਾਲਜ ਤੋਂ ਵਾਪਸ ਆਉਂਦੇ ਹੋਏ ਮੈਂ ਸਾਰਾ ਪਲਾਨ ਆਪਣੇ ਦਿਮਾਗ ਵਿੱਚ ਫਿੱਟ ਕਰ ਲਿਆ। ਆਈ ਸੀ, ਘਰ ਪਹੁੰਚੀ ਤਾਂ ਭਾਬੀ ਮੇਰੀ ਉਡੀਕ ਕਰ ਰਹੀ ਸੀ। ਉਹ ਬੋਲੀ, ਸੁਨੇਹਾ ਜਲਦੀ ਨਾਲ 1 ਕਿਲੋ ਮਸਰਾਂ ਦੀ ਦਾਲ ਮੈਨੂੰ ਲਿਆ ਕੇ ਦੇ ਦੇ। ਮੈਂ ਮੂੰਹ ਧੋਣ ਕਮਰੇ ਵਿੱਚ ਚਲੀ ਗਈ। ਮੈਂ ਨਿਸ਼ਾ ਨੂੰ ਸਮਝਾ ਦਿੱਤਾ, ਜਿੱਦਾਂ ਹੀ ਮੈਂ ਭਾਬੀ ਨੂੰ ਆਪਣੇ ਕਮਰੇ ਵਿੱਚ ਸੱਦਾਂਗੀ ਤੂੰ ਭੱਜ ਕੇ ਭਾਬੀ ਦੇ ਕਮਰੇ ਵਿੱਚ ਜਾ ਕੇ ਲੁਕ ਜਾਵੀਂ। ਨਿਸ਼ਾ ਨੇ ਹਾਂ ਕਹਿ ਦਿੱਤੀ ਸੀ। ਮੈਂ ਭਾਬੀ ਨੂੰ ਆਵਾਜ਼ ਮਾਰੀ ਆਪਣੇ ਕਮਰੇ ਵਿੱਚ ਅਤੇ ਭਾਬੀ ਨੂੰ ਕਹਿਣ ਲੱਗੀ, ਦਾਲ ਹੁਣ ਮਹਿੰਗੀ ਹੋ ਗਈ ਹੈ। ਅੱਗੇ ਨਾਲੋਂ ਭਾਬੀ ਮੁਸਕਰਾਉਂਦੇ ਹੋਏ ਕਹਿਣ ਲੱਗੀ, ਫਿਰ ਕੀ ਹੋਇਆ, ਮੈਂ ਤੈਨੂੰ ਹੋਰ ਪੈਸੇ ਲਿਆ ਦਿੰਦੀ ਹਾਂ। ਇੰਨੀ ਦੇਰ ਨੂੰ ਨਿਸ਼ਾ ਭਾਬੀ ਦੇ ਕਮਰੇ ਵਿੱਚ ਜਾ ਕੇ ਲੁਕ ਗਈ ਸੀ। ਫਿਰ ਮੈਂ ਦਾਲ ਲੈ ਕੇ ਆ ਗਈ ਸੀ। ਭਾਬੀ ਖੁਸ਼ੀ-ਖੁਸ਼ੀ ਲੈ ਕੇ ਕਮਰੇ ਵਿੱਚ ਚਲੀ ਗਈ ਸੀ ਅਤੇ ਅੰਦਰੋਂ ਕੁੰਡੀ ਮਾਰ ਲਈ। ਮੈਂ ਬਰਾਂਡੇ ਵਿੱਚ ਗੇੜੇ ਕੱਢਣ ਲੱਗ ਪਈ ਸੀ। 1 ਘੰਟੇ ਬਾਅਦ ਭਾਬੀ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਉਹ ਲੰਗੜਾਉਂਦੀ ਹੋਈ ਬਾਹਰ ਆ ਗਈ ਸੀ। ਫਿਰ ਭਾਬੀ ਰਸੋਈ ਵੱਲ ਚਲੀ ਗਈ। ਫਿਰ ਨਿਸ਼ਾ ਵੀ ਬਾਹਰ ਆਉਣ ਲੱਗੀ। ਇਹ ਦੇਖ ਕੇ ਮੈਂ ਦੰਗ ਰਹਿ ਗਈ। ਨਿਸ਼ਾ ਵੀ ਲੰਗੜਾਉਣ ਲੱਗ ਪਈ ਸੀ। ਮੈਂ ਨਿਸ਼ਾ ਦਾ ਹੱਥ ਫੜਿਆ ਅਤੇ ਕਹਿਣ ਲੱਗੀ, ਮੈਨੂੰ ਦੱਸ ਨਿਸ਼ਾ, ਕੀ ਹੋਇਆ ਸੀ? ਨਿਸ਼ਾ ਬੜੀ ਪਰੇਸ਼ਾਨ ਜਿਹੀ ਲੱਗ ਰਹੀ ਸੀ। ਫਿਰ ਉਹ ਕਹਿਣ ਲੱਗੀ, ਸੁਨੇਹਾ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਭਾਬੀ ਲੁਕ ਲੁਕ ਕੇ ਸਾਡੇ ਕੋਲੋਂ ਬਾਹਰ ਜਾਂਦੀ ਹੈ। ਉਹ ਬਾਰੀ ਬੜੀ ਹੀ ਛੋਟੀ ਹੈ, ਉਸ ਦੇ ਵਿੱਚੋਂ ਨਿਕਲਣ ਲੱਗੇ ਹੀ ਪੈਰ ਤੇ ਸੱਟ ਵੱਜ ਜਾਂਦੀ ਹੈ, ਇਸੇ ਲਈ ਭਾਬੀ ਲੰਗੜਾਉਂਦੇ ਚੱਲਦੀ ਹੈ। ਮੈਂ ਵੀ ਬਾਰੀ ਵਿੱਚੋਂ ਬਾਹਰ ਜਾਣ ਲੱਗੀ ਤਾਂ ਮੇਰੇ ਵੀ ਪੈਰ ਤੇ ਸੱਟ ਵੱਜ ਗਈ। ਮੈਂ ਨਿਸ਼ਾ ਨੂੰ ਆਪਣੀ ਸਹੁੰ ਦੇ ਕੇ ਕਿਹਾ ਕਿ ਤੂੰ ਵੀਰ ਨੂੰ ਕੁਝ ਵੀ ਨਾ ਦੱਸੀ। ਉਹ ਕਹਿਣ ਲੱਗੀ, ਮੈਂ ਪਾਗਲ ਨਹੀਂ ਹਾਂ ਕਿ ਆਪਣੇ ਹੀ ਭਰਾ ਦਾ ਘਰ ਉਜਾੜ ਦੇਵਾਂਗੀ। ਮੈਂ ਨਿਸ਼ਾ ਨੂੰ ਇੱਕ ਕਿਤਾਬ ਦਿੱਤੀ ਅਤੇ ਕਿਹਾ, ਤੂੰ ਇਸ ਕਿਤਾਬ ਨੂੰ ਪੜ੍ਹ ਲਵੀਂ। ਮੈਂ ਉਸ ਦਾ ਦਿਮਾਗ ਦੂਜੇ ਪਾਸੇ ਲਾਉਣਾ ਚਾਹੁੰਦੀ ਸੀ, ਪਰ ਮੈਂ ਖੁਦ ਇਹ ਸੋਚ ਰਹੀ ਸੀ ਕਿ ਵੀਰ ਨੂੰ ਇਹ ਗੱਲ ਭਾਬੀ ਦੀ ਦੱਸਾਂ ਕਿ ਨਾ, ਕਿਉਂਕਿ ਭਾਬੀ ਸਾਡੇ ਨਾਲ ਬੜੀ ਚੰਗੀ ਤਰ੍ਹਾਂ ਰਹਿ ਰਹੀ ਸੀ, ਪਰ ਉਹ ਮੇਰੇ ਵੀਰ ਨਾਲ ਧੋਖਾ ਕਰ ਰਹੀ ਸੀ। ਇਹ ਗੱਲ ਸੋਚਦੇ ਸੋਚਦੇ ਹੀ ਮੇਰੀ ਅੱਖ ਲੱਗ ਗਈ ਸੀ। ਪਤਾ ਨਹੀਂ ਮੈਂ ਕਿੰਨੀ ਦੇਰ ਹੀ ਸੁੱਤੀ ਰਹੀ। ਜਦੋਂ ਵੀਰ ਦੇ ਜ਼ੋਰ-ਜ਼ੋਰ ਦੀ ਰੌਲਾ ਪਾ ਰਿਹਾ ਸੀ ਤਾਂ ਮੈਂ ਇੱਕਦਮ ਘਬਰਾ ਕੇ ਉੱਠ ਗਈ ਤਾਂ ਮੈਂ ਭੱਜਦੀ ਹੋਈ ਬਰਾਂਡੇ ਵਿੱਚ ਗਈ ਤਾਂ ਮੈਂ ਦੇਖਿਆ ਮੀਸ਼ਾ ਭਾਬੀ ਤੇ ਵੀਰ ਖੜੇ ਸਨ। ਮੈਨੂੰ ਇੰਜ ਲੱਗਿਆ ਜਿਵੇਂ ਨਿਸ਼ਾ ਨੇ ਭਾਬੀ ਦੀ ਸਾਰੀ ਹਕੀਕਤ ਵੀਰ ਨੂੰ ਦੱਸ ਦਿੱਤੀ ਹੈ, ਤਾਂ ਹੀ ਤਾਂ ਵੀਰ ਜੀ ਇੰਨੇ ਗੁੱਸੇ ਵਿੱਚ ਆਏ ਪਏ ਨੇ। ਇੰਨੇ ਨੂੰ ਮੈਨੂੰ ਦੇਖ ਕੇ ਵੀਰ ਜੀ ਮੈਨੂੰ ਕਹਿਣ ਲੱਗੇ, ਸੁਨੇਹਾ ਮੈਂ ਤਾਂ ਤੈਨੂੰ ਬੜੀ ਸਮਝਦਾਰ ਸਮਝਦਾ ਸੀ,
ਪਰ ਤੂੰ ਵੀ ਇਸ ਨੂੰ ਸੰਭਾਲ ਨਹੀਂ ਪਾਈ। ਵੀਰ ਜੀ ਦਾ ਇਸ਼ਾਰਾ ਨਿਸ਼ਾ ਵੱਲ ਸੀ। ਮੈਂ ਜਲਦੀ ਨਾਲ ਅੱਗੇ ਵਧਦੇ ਹੋਏ ਕਹਿਣ ਲੱਗੀ, ਵੀਰ ਜੀ ਆਖਿਰ ਹੋਇਆ ਕੀ ਹੈ? ਵੀਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਮੈਨੂੰ ਕਹਿਣ ਲੱਗੇ, ਤੂੰ ਨਿਸ਼ਾ ਕੋਲੋਂ ਇਹ ਪਤਾ ਕਰਕੇ ਦੱਸ, ਛੱਤ ਤੇ ਕੌਣ ਸੀ ਜਿਹੜਾ ਇਸ ਨੂੰ ਮਿਲਣ ਲਈ ਛੱਤ ਤੇ ਆਇਆ ਸੀ? ਇਹ ਸੁਣ ਕੇ ਇੱਕਦਮ ਤੋਂ ਡਰ ਗਈ ਸੀ। ਮੈਂ ਨਾ ਵਿੱਚ ਆਪਣਾ ਸਿਰ ਹਿਲਾ ਦਿੱਤਾ ਸੀ। ਮੈਂ ਵੀਰ ਜੀ ਨੂੰ ਕਹਿਣ ਲੱਗੀ, ਆਪਣੀ ਨਿਸ਼ਾ ਐਦਾਂ ਦੀ ਨਹੀਂ ਹੈ, ਜ਼ਰੂਰ ਤੁਹਾਨੂੰ ਕੋਈ ਗਲਤਫਹਿਮੀ ਹੋਈ ਹੋਵੇਗੀ। ਭਾਬੀ ਵੀ ਅਗਾਂਹ ਵੱਧਦੀ ਹੋਈ ਕਹਿਣ ਲੱਗੀ, ਸੁਨੀਲ ਜੀ ਤੁਸੀਂ ਬਿਨਾਂ ਸਬੂਤ ਤੋਂ ਇੰਨਾ ਗੁੱਸਾ ਨਾ ਕਰੋ, ਬੱਚੀ ਹੈ ਹਾਲੇ, ਸੁਧਰ ਜਾਵੇਗੀ। ਵੀਰ ਜੀ ਹੁਣ ਭਾਬੀ ਵੱਲ ਘੂਰ-ਘੂਰ ਕੇ ਦੇਖ ਰਹੇ ਸਨ। ਉਹ ਕਹਿਣ ਲੱਗੇ, ਮੈਂ ਪਹਿਲੇ ਦਿਨ ਤੋਂ ਹੀ ਤੈਨੂੰ ਕਹਿ ਦਿੱਤਾ ਸੀ ਕਿ ਇਹ ਦੋਨੋਂ ਲੜਕੀਆਂ ਮੇਰੀਆਂ ਭੈਣਾਂ ਹੀ ਨਹੀਂ, ਮੈਂ ਇਹਨਾਂ ਨੂੰ ਆਪਣੀਆਂ ਧੀਆਂ ਵਾਂਗੂ ਪਿਆਰ ਕਰਦਾ ਹਾਂ ਅਤੇ ਤੂੰ ਮਾਂ ਬਣ ਕੇ ਇਹਨਾਂ ਦੀ ਪਰਵਰਿਸ਼ ਕਰ। ਤੂੰ ਇੰਜ ਤਰ੍ਹਾਂ ਦੀ ਪਰਵਰਿਸ਼ ਕੀਤੀ ਹੈ ਇਹਨਾਂ ਦੀ। ਮੈਂ ਨਿਸ਼ਾ ਦਾ ਹੱਥ ਫੜ ਲਿਆ ਅਤੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਕੇ ਚਲੀ ਗਈ। ਮੈਂ ਨਿਸ਼ਾ ਨੂੰ ਪੁੱਛਣ ਲੱਗ ਪਈ, ਮੈਨੂੰ ਸੱਚ-ਸੱਚ ਦੱਸ ਦੇ, ਅਖੀਰ ਹੋਇਆ ਕੀ ਹੈ? ਉਹ ਕਹਿਣ ਲੱਗੀ, ਭਾਬੀ ਚਾਹੁੰਦੀ ਹੈ ਕਿ ਆਪਾਂ ਦੋਵੇਂ ਇਹ ਘਰ ਛੱਡ ਕੇ ਚਲੀਆਂ ਜਾਵਾਂ, ਇਸ ਲਈ ਉਹ ਇਹ ਸਭ ਕਰਕੇ ਵੀਰ ਜੀ ਦੀਆਂ ਅੱਖਾਂ ਵਿੱਚ ਸਾਨੂੰ ਨੀਵਾਂ ਕਰਨਾ ਚਾਹੁੰਦੀ ਹੈ। ਇਹ ਸੁਣ ਕੇ ਮੈਂ ਅੰਦਰ ਤੱਕ ਹਿੱਲ ਗਈ ਸੀ। ਮੈਂ ਬੋਲੀ, ਤੂੰ ਫਿਕਰ ਨਾ ਕਰ, ਜਿਹੜਾ ਕਿਸੇ ਲਈ ਟੋਆ ਪੁੱਟਦਾ ਉਹ ਖੁਦ ਹੀ ਉਸ ਟੋਏ ਵਿੱਚ ਡਿੱਗ ਪੈਂਦਾ ਹੈ। ਅਗਲੇ ਦਿਨ ਮੈਂ ਜਦੋਂ ਵੀਰ ਜੀ ਦੇ ਨਾਲ ਕਾਲਜ ਜਾਣ ਲੱਗੀ ਤਾਂ ਵੀਰ ਜੀ ਇੱਕਦਮ ਚੁੱਪਚਾਪ ਜਿਹੇ ਸੀ। ਉਹਨਾਂ ਦੀਆਂ ਅੱਖਾਂ ਵਿੱਚ ਗੁੱਸਾ ਸਾਫ਼-ਸਾਫ਼ ਦਿਖ ਰਿਹਾ ਸੀ। ਮੈਂ ਵੀਰ ਜੀ ਨੂੰ ਕਿਹਾ, ਅੱਜ ਤੁਸੀਂ ਕੰਮ ਤੇ ਅੱਧੀ ਛੁੱਟੀ ਲੈ ਕੇ ਵਾਪਸ ਆ ਕੇ ਮੈਨੂੰ ਕਾਲਜ ਤੋਂ ਲੈ ਜਾਣਾ, ਮੈਂ ਕੁਝ ਹਕੀਕਤ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ। ਵੀਰ ਜੀ ਚੁੱਪਚਾਪ ਚਲੇ ਗਏ, ਪਰ ਉਹ ਕਾਲਜ ਤੋਂ ਮੈਨੂੰ ਲੈਣ ਲਈ ਆ ਗਏ ਸਨ। ਮੈਂ ਉਹਨਾਂ ਨੂੰ ਕਿਹਾ ਉਹ ਘਰ ਤੋਂ ਬਾਹਰ ਹੀ ਰਹਿਣ, ਜਦੋਂ ਤੱਕ ਮੈਂ ਉਹਨਾਂ ਨੂੰ ਇਸ਼ਾਰਾ ਕਰਕੇ ਨਾ ਬੁਲਾਵਾਂ। ਜਦੋਂ ਹੀ ਤੁਸੀਂ ਆਉਣਾ। ਮੈਂ ਜਿੱਦਾਂ ਹੀ ਘਰ ਪਹੁੰਚੀ, ਭਾਬੀ ਨੇ ਮੈਨੂੰ 1 ਕਿਲੋ ਮਸਰਾਂ ਦੀ ਦਾਲ ਲੈ ਕੇ ਆਉਣ ਨੂੰ ਕਿਹਾ ਦਿੱਤਾ। ਜਦੋਂ ਮੈਂ ਦਾਲ ਲੈਣ ਲਈ ਘਰ ਤੋਂ ਬਾਹਰ ਨਿਕਲੀ ਤਾਂ ਵੀਰ ਜੀ ਮੈਨੂੰ ਕਹਿਣ ਲੱਗੇ, ਤੂੰ ਕਿੱਧਰ ਜਾ ਰਹੀ ਹੈ? ਮੈਂ ਉਹਨਾਂ ਨੂੰ ਕਿਹਾ, ਤੁਸੀਂ ਚੁੱਪਚਾਪ ਦੇਖਦੇ ਰਹੋ, ਅੱਜ ਸਾਰੀ ਹਕੀਕਤ ਤੁਹਾਡੇ ਸਾਹਮਣੇ ਆ ਜਾਵੇਗੀ। ਮੈਂ ਦਾਲ ਲੈ ਕੇ ਘਰ ਪਹੁੰਚ ਗਈ ਤਾਂ ਭਾਬੀ ਨੇ ਦਾਲ ਵਾਲਾ ਲਿਫਾਫਾ ਮੇਰੇ ਹੱਥੋਂ ਫੜ ਕੇ ਕਮਰੇ ਵਿੱਚ ਚਲੀ ਗਈ। ਮੈਨੂੰ ਇਸੇ ਵਕਤ ਦਾ ਇੰਤਜ਼ਾਰ ਸੀ। ਮੈਂ ਬਾਹਰ ਜਾ ਕੇ ਵੀਰ ਨੂੰ ਇਸ਼ਾਰਾ ਕੀਤਾ ਅਤੇ ਆਪਣੇ ਨਾਲ ਘਰ ਲੈ ਕੇ ਆ ਗਈ। ਮੈਂ ਵੀਰ ਜੀ ਨੂੰ ਕਿਹਾ, ਤੁਸੀਂ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹੋ। ਵੀਰ ਜੀ ਨੇ ਕਟਰ ਨਾਲ ਕੁੰਡਾ ਵੱਢ ਦਿੱਤਾ। ਜਦੋਂ ਅਸੀਂ ਕਮਰੇ ਵਿੱਚ ਗਏ ਤਾਂ ਦੇਖਿਆ ਤਾਂ ਭਾਬੀ ਅੰਦਰ ਕਮਰੇ ਵਿੱਚ ਨਹੀਂ ਸੀ। ਉਹਨਾਂ ਦੇ ਕਮਰੇ ਦੀ ਖੁਫੀਆ ਬਾਰੀ ਖੁੱਲੀ ਹੋਈ ਸੀ। ਵੀਰ ਜੀ ਨੇ ਉਸ ਖਿੜਕੀ ਵਿੱਚੋਂ ਦੇਖਿਆ ਤਾਂ ਭਾਬੀ ਉਹਨਾਂ ਨੂੰ ਨਜ਼ਰ ਆ ਗਈ। ਉਹ ਤੇਜ਼ੀ ਨਾਲ ਭੱਜਦੇ ਕਿਤੇ ਜਾ ਰਹੀ ਸੀ। ਵੀਰ ਜੀ ਵੀ ਉਸ ਖਿੜਕੀ ਵਿੱਚੋਂ ਬਾਹਰ ਚਲੇ ਗਏ ਸੀ। ਮੈਂ ਤੇ ਨਿਸ਼ਾ ਨੇ ਵੀ ਬੜੀ ਮੁਸ਼ਕਿਲ ਨਾਲ ਖਿੜਕੀ ਨੂੰ ਪਾਰ ਕੀਤਾ ਸੀ। ਅਸੀਂ ਤਿੰਨੋਂ ਭਾਬੀ ਦਾ ਪਿੱਛਾ ਕਰਦੇ ਹੋਏ ਦੂਰ ਤੱਕ ਇੱਕ ਸੁੰਨਸਾਨ ਜਗ੍ਹਾ ਤੱਕ ਪਹੁੰਚ ਗਏ ਸੀ, ਜਿੱਥੇ ਇੱਕ ਬਾਬੇ ਦੀ ਜਗ੍ਹਾ ਸੀ, ਜਿੱਥੇ ਲੋਕੀ ਟੂਣਾ ਟੋਟਕਾ ਅਤੇ ਤਵੀਜ਼ ਵਗੈਰਾ ਬਣਾਉਣ ਆਉਂਦੇ ਸੀ। ਤੇਜ਼ ਜਾਂਦੀ ਹੋਈ ਭਾਬੀ ਦੀ ਨਿਗਾਹ ਸਾਡੇ ਤਿੰਨਾਂ ਤੇ ਪੈ ਚੁੱਕੀ ਸੀ ਅਤੇ ਉਹਨਾਂ ਦੇ ਚਿਹਰੇ ਦਾ ਰੰਗ ਸਾਨੂੰ। ਵੀਰ ਜੀ ਨੇ ਭਾਬੀ ਦਾ ਹੱਥ ਅੱਗੇ ਵਧਦੇ ਹੋਏ ਉਹਨਾਂ ਨੂੰ ਘਰ ਵੱਲ ਨੂੰ ਘੜੀਸਦੇ ਹੋਏ ਲੈ ਆਏ। ਵੀਰ ਜੀ ਦਾ ਗੁੱਸਾ 7ਵੇਂ ਆਸਮਾਨ ਤੇ ਚਲਾ ਗਿਆ ਸੀ। ਉਹ ਭਾਬੀ ਜੀ ਨੂੰ ਕਹਿਣ ਲੱਗੇ, ਸ਼ੀਤਲ, ਅੱਜ ਮੈਂ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖ ਲਿਆ ਹੈ, ਹੁਣ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਹੈ, ਮੈਨੂੰ ਸਭ ਕੁਝ ਸੱਚ ਦੱਸ ਦੇ। ਭਾਬੀ ਕਹਿਣ ਲੱਗੀ, ਸੁਨੀਲ, ਰੱਬ ਜਾਣਦਾ ਹੈ, ਮੈਂ ਅੱਜ ਤੱਕ ਤੇਰੀਆਂ ਦੋਨੋਂ ਭੈਣਾਂ ਨੂੰ ਆਪਣੀਆਂ ਧੀਆਂ ਵਾਂਗੂ ਹੀ ਸਮਝਿਆ ਹੈ, ਪਰ ਤੁਸੀਂ ਹਮੇਸ਼ਾ ਮੇਰੇ ਤੇ ਸ਼ੱਕ ਕਰਦੇ ਰਹਿੰਦੇ ਹੋ ਕਿ ਮੈਂ ਤੁਹਾਡੀਆਂ ਭੈਣਾਂ ਦਾ ਖਿਆਲ ਨਹੀਂ ਰੱਖਦੀ। ਇੰਨਾ ਕਰਕੇ ਤੁਸੀਂ ਮੈਨੂੰ ਕਈ ਵਾਰ ਬੜਾ ਕੁਝ ਕਹਿ ਵੀ ਦਿੰਦੇ ਸੀ, ਜਿਸ ਕਰਕੇ ਮੈਨੂੰ ਇਦਾਂ ਲੱਗਣ ਲੱਗ ਪਿਆ ਸੀ ਕਿ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ। ਮੈਨੂੰ ਇੰਜ ਵੀ ਲੱਗਣ ਲੱਗ ਪਿਆ ਸੀ ਕਿ ਤੁਸੀਂ ਕਿਸੇ ਹੋਰ ਨੂੰ ਪਿਆਰ ਕਰਨ ਲੱਗ ਪਏ ਹੋ ਅਤੇ ਮੈਨੂੰ ਤਲਾਕ ਦੇ ਦੇਵੋਗੇ।
ਜਦੋਂ ਮੈਂ ਇਹ ਗੱਲ ਆਪਣੀ ਭੈਣ ਨੂੰ ਕੀਤੀ ਤਾਂ ਉਹਨਾਂ ਨੇ ਮੈਨੂੰ ਇੱਕ ਸਾਧੂ ਬਾਬੇ ਬਾਰੇ ਦੱਸਿਆ, ਜਿਨ੍ਹਾਂ ਦੇ ਮੰਤਰਾਂ ਵਿੱਚ ਬੜੀ ਹੀ ਜ਼ਿਆਦਾ ਸ਼ਕਤੀ ਹੈ, ਜਿਨ੍ਹਾਂ ਨਾਲ ਘਰ ਵਾਲਾ ਜਨਾਨੀ ਦੀ ਮੁੱਠੀ ਵਿੱਚ ਆ ਜਾਂਦਾ ਹੈ। ਇਸ ਕਰਕੇ ਮੈਂ ਤੁਹਾਡੇ ਸਾਰਿਆਂ ਤੋਂ ਚੋਰੀ ਬਾਬੇ ਕੋਲ ਚਲੀ ਜਾਂਦੀ ਸੀ। ਬਾਬਾ ਜੀ ਨੇ ਮੈਨੂੰ ਕਿਹਾ ਸੀ ਪੂਰੇ 30 ਦਿਨ ਤੱਕ ਰੋਜ਼ 1 ਕਿਲੋ ਮਸਰਾਂ ਦੀ ਦਾਲ ਤੇ ਮੰਤਰ ਪੜਾਂਗਾ ਅਤੇ ਰੋਜ਼ ਉਹ ਦਾਲ ਨਹਿਰ ਦੇ ਕੰਢੇ ਸਿੱਟ ਦੇਣੀ ਹੈ। ਮੈਨੂੰ ਇਹ ਕਰਦੇ ਪੂਰੇ 26 ਦਿਨ ਹੋ ਗਏ ਸੀ। ਮੈਂ ਤੁਹਾਡੇ ਕੰਮ ਤੇ ਜਾਣ ਤੋਂ ਬਾਅਦ ਰੋਜ਼ ਇਹ ਮੰਤਰ ਦਾ ਪਾਠ ਕਰਦੀ ਹੁੰਦੀ ਸੀ, ਜਿਸ ਵਜ੍ਹਾ ਨਾਲ ਮੈਂ ਨਿਸ਼ਾ ਤੇ ਧਿਆਨ ਨਾ ਰੱਖ ਸਕੀ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਨਿਸ਼ਾ ਆਪਣੇ ਮਹੱਲੇ ਦੇ ਰਾਜੂ ਨਾਮ ਦੇ ਇੱਕ ਮੁੰਡੇ ਨਾਲ ਪਿਆਰ ਦੇ ਚੱਕਰ ਵਿੱਚ ਪੈ ਗਈ ਸੀ। ਇਹ ਦੋਨੋਂ ਇੱਕ ਦੂਸਰੇ ਨੂੰ ਚਿੱਠੀਆਂ ਭੇਜਣ ਲੱਗ ਪਏ ਸੀ। ਮੈਨੂੰ ਨਿਸ਼ਾ ਤੇ ਸ਼ੱਕ ਹੋਇਆ ਤਾਂ ਮੈਂ ਅੱਧੀ ਰਾਤ ਨੂੰ ਨਿਸ਼ਾ ਦੇ ਪਿੱਛੇ ਛੱਤ ਤੇ ਚਲੀ ਗਈ ਤਾਂ ਮੈਂ ਰਾਜੂ ਦਾ ਖੱਤ ਵੇਖਿਆ, ਜਿਸ ਵਿੱਚ ਉਸਨੇ ਨਿਸ਼ਾ ਦੀ ਬੜੀ ਤਾਰੀਫ ਕੀਤੀ ਸੀ। ਮੈਂ ਇਹ ਖੱਤ ਨਿਸ਼ਾ ਨੂੰ ਦਿਖਾਉਂਦੇ ਹੋਏ ਕਿਹਾ ਕਿ ਮੈਂ ਇਹ ਗੱਲ ਤੇਰੇ ਵੀਰ ਨੂੰ ਦੱਸ ਦਵਾਂਗੀ ਤਾਂ ਤੂੰ ਇਸ ਤੋਂ ਪਹਿਲਾਂ ਹੀ ਸੁਧਰ ਜਾ। ਪਰ ਨਿਸ਼ਾ ਤਾਂ ਜਿਵੇਂ ਮੈਨੂੰ ਆਪਣਾ ਦੁਸ਼ਮਣ ਹੀ ਸਮਝਣ ਲੱਗ ਪਈ ਸੀ। ਮੈਂ ਇਹ ਸੋਚ ਰੱਖਿਆ ਸੀ ਕਿ 30 ਦਿਨਾਂ ਦਾ ਮੰਤਰ ਜਾਪ ਪੂਰਾ ਹੋ ਜਾਵੇਗਾ, ਜਿਸ ਨਾਲ ਮੇਰੀ ਸੁੱਖ ਪੂਰੀ ਹੋ ਜਾਵੇਗੀ। ਉਸ ਤੋਂ ਬਾਅਦ ਮੈਂ ਨਿਸ਼ਾ ਨਾਲ ਸਖਤੀ ਨਾਲ ਪੇਸ਼ ਆਵਾਂਗੀ। ਪਰ ਇਹ 30 ਦਿਨ ਪੂਰੇ ਹੋਣ ਤੋਂ ਪਹਿਲਾਂ ਹੀ ਤੁਸੀਂ ਮੇਰਾ ਰਾਜ ਜਾਣ ਚੁੱਕੇ ਹੋ। ਮੈਂ ਤੁਹਾਡੇ ਤੋਂ ਮਾਫੀ ਮੰਗਣਾ ਚਾਹੁੰਦੀ ਹਾਂ ਕਿ ਮੈਂ ਨਿਸ਼ਾ ਦਾ ਖਿਆਲ ਨਹੀਂ ਰੱਖ ਪਾਈ। ਇਹ ਸਭ ਕੁਝ ਸੁਣ ਕੇ ਨਿਸ਼ਾ ਸ਼ਰਮ ਨਾਲ ਸਿਰ ਨੀਵਾਂ ਕਰੀ ਖੜੀ ਸੀ। ਵੀਰ ਜੀ ਨੇ ਅੱਗੇ ਵੱਧ ਕੇ ਨਿਸ਼ਾ ਦੇ ਸਿਰ ਤੇ ਹੱਥ ਰੱਖਦਿਆਂ ਹੋਇਆ ਕਿਹਾ ਕਿ ਨਿਸ਼ਾ, ਜੇ ਰਾਜੂ ਚੰਗਾ ਮੁੰਡਾ ਹੁੰਦਾ ਤਾਂ ਮੈਂ ਖੁਦ ਤੇਰਾ ਵਿਆਹ ਉਸ ਨਾਲ ਕਰਵਾ ਦੇਣਾ ਸੀ, ਪਰ ਉਹ ਇੱਕਦਮ ਅਵਾਰਾ ਮੁੰਡਾ ਹੈ। ਮਹੱਲੇ ਦੀਆਂ ਸਾਰੀਆਂ ਕੁੜੀਆਂ ਨੂੰ ਉਹ ਅਕਸਰ ਹੀ ਛੇੜਦਾ ਰਹਿੰਦਾ ਹੈ। ਨਿਸ਼ਾ ਕਹਿਣ ਲੱਗੀ, ਘਰ ਵਿੱਚ ਇਕੱਲੀਆਂ ਹੋਣ ਕਰਕੇ ਮੈਂ ਇਸ ਗਲਤ ਰਾਹ ਤੇ ਤੁਰ ਗਈ ਸੀ। ਮੈਂ ਤਾਂ ਰਾਜੂ ਵਿੱਚ ਕੋਈ ਦਿਲਚਸਪੀ ਨਹੀਂ ਹੈ। ਵੀਰ ਜੀ ਇਹ ਸੁਣ ਕੇ ਹੱਸਣ ਲੱਗ ਪਏ। ਉਹਨਾਂ ਦੇ ਸਿਰ ਤੋਂ ਇੱਕ ਵੱਡਾ ਬੋਝ ਉਤਰ ਗਿਆ ਸੀ। ਫਿਰ ਉਹਨਾਂ ਨੇ ਸਾਨੂੰ ਦੋਨਾਂ ਨੂੰ ਕਮਰੇ ਵਿੱਚ ਭੇਜ ਦਿੱਤਾ ਸੀ। ਹੁਣ ਉਹ ਭਾਬੀ ਦੀ ਖਬਰ ਲੈਣ ਵਾਲੇ ਸੀ। ਉਹ ਭਾਬੀ ਨੂੰ ਸਾਡੇ ਸਾਹਮਣੇ ਕਦੀ ਨਹੀਂ ਲੜਦੇ ਸੀ। ਮੈਂ ਵੀਰ ਜੀ ਨੂੰ ਕਹਿਣ ਲੱਗੀ ਕਿ ਤੁਸੀਂ ਭਾਬੀ ਜੀ ਨੂੰ ਕੁਝ ਨਾ ਕਹਿਣਾ, ਉਹ ਸਾਡੀ ਮਾਂ ਵਰਗੀ ਹੈ। ਇਹ ਸੁਣ ਕੇ ਭਾਬੀ ਰੋਂਦੇ ਹੋਏ ਸਾਡੇ ਦੋਨੋਂ ਭੈਣਾਂ ਦੇ ਗਲੇ ਲੱਗ ਗਈ। ਹੁਣ ਇੱਕ ਵਾਰ ਫਿਰ ਤੋਂ ਸਾਡੇ ਘਰ ਵਿੱਚ ਪਿਆਰ ਦਾ ਮਾਹੌਲ ਬਣ ਚੁੱਕਿਆ ਸੀ। ਸਮਾਪਤ। ਅਸੀਂ ਤੁਹਾਡੇ ਲਈ ਬੜੀ ਹੀ ਮਿਹਨਤ ਨਾਲ ਇਹ ਕਹਾਣੀਆਂ ਪੇਸ਼ ਕਰਦੇ ਹਾਂ ਅਤੇ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰੋ। ਇਸ ਦੇ ਨਾਲ ਸਾਨੂੰ ਹੋਰ ਵੀ ਮੋਟੀਵੇਸ਼ਨ ਮਿਲਦਾ ਹੈ ਕਿ ਅਸੀਂ ਤੁਹਾਡੇ ਵਾਸਤੇ ਨਵੀਆਂ ਕਹਾਣੀਆਂ ਲੈ ਕੇ ਇਸ ਤਰ੍ਹਾਂ ਹੀ ਪੇਸ਼ ਕਰਦੇ ਰਹੀਏ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।